सौ भलियो अपने रब का शुक्र करिए। ऐसा रब जिहड़ा बोलदा है, गल्लां करदा है ते सानू उस दियां गल्लां नूं सुणन दा मौका मिलदा है। ते जेकर मौका मिलदा है ते फिर उस दियां गल्लां नूं बड़े गौर नाल, ध्यान नाल, तवज्जो नाल सुणीए। यूहन्ना दी इंजील 12 बाब 26 च लिखिया, अगर कोई मेरी खिदमत करदा है ते फिर वो मेरे पिछे हो लवे। ते उसने आख्या है, जिथे फिर मैं होवांगा उत्थे मेरा खादम होवेगा। जिथे मैं होवांगा उत्थे मेरा खादम होवेगा ते मेरा बाप उस दी बड़ी ही इज्जत करेगा, जिहड़ा मेरा खादम होवेगा ते मेरे पिछे होवेगा। इसे करके पौलुस रसूल ने बहुत ही एक अच्छा फैसला कर लिया, जिहड़ा असी नहीं करते। चाहिदा सानू भी अच्छा फैसला कर लेना। दूसरा करंथियों 5 बाब 20 ऐत विच फिर वो कहंदा है कि मैं मसीह दा ईलची हां। मैं हुण किसी झूठे अंबो गुरु डिनोमिनेशन टोले दा ईलची नहीं, क्योंकि इत्थे उन्हें जुल्म ही जुल्म वेख्या सी। ते फिर जिन्हां दे हत्थां दे विच इस्तेमाल हुंदा रहा ते ओनू उहदे को काम कराउंदे रहे। जिसले उन्हें फिर इन्हां तो आज़ादी हासिल कीती ते इन्हां फिर बहुत उहदा पिछा कीता। या ते असी उस चीज तो डरदे हां कि ये पिछा करन वाले पिछा करनगे ते माड़ा करनगे, या फिर बुज़दिल बुज़दिल ते यसाया नबी इस बुज़दली दी वंड कुछ इस तरह करदा है। मरकस दी इंजील 7 बाब 6 ऐत तो 9 ऐत तक पढ़ो ते खुदावंद यीशु मसीह ने आख्या, लोगां दी अजीब तरह दी हालत होएगी। ते यसाया नबी दा सहीफा लिखिया है पूरा होएगा उन्हां दे उत्ते, होंठा तो तज़ीम करनगे दिल दूर हो। बेफायदा प्रश्तश हो लोगां दी, क्योंकि इंसानी अहकाम दी तालीम देणगे। खुदा दे हुक्म नूं तरक करनगे, रद्द करनगे इंसानां दियां रवायतां। बुज़दिल इस करके हां, घलौने मसीह दे खादम हां, इंसानां दियां रवायतां तालीमां दिंदे पए हां। इस तरह पौलुस रसूल सी, गलतियों पहला बाब 7 ऐत तो 14 ऐत तक पढ़ दो ते कहंदा दूसरी नहीं। हुण वेखो भेत ज़ाहिर करदा, दूसरी नहीं अलबत्ता बाज़ ऐसे हैं जो तुम्हें घबरा देते हैं, क्योंकि वो जानदा सी घबराने वाले हैं और मसीह की खुशखबरी को बिगाड़ना चाहते हैं, क्योंकि उन्होंने पता सी मसीह की तलीम फैलती जा रही है। तो चलो हुण इदा करो, इस तलीम नूं बिगाड़ दिओ। रसूल ने आख्या, खासी होइए या कोई इंसान भी होए, पर इस खुशखबरी तो बाहरा होर कोई गल करेगा तो वह मलाउन होवेगा। मलाउन
9 ਆਇਤ ਦੇ ਵਿੱਚ ਫਿਰ ਉਹਨੇ ਆਖਿਆ, ਜਿਸ ਤਰ੍ਹਾਂ ਉਹਨੇ ਆਖਿਆ, ਮੈਂ ਪਹਿਲੇ ਕਹਿ ਚੁੱਕਿਆ, ਦੁਬਾਰਾ ਫਿਰ ਇਹ ਗੱਲ ਕਰਨਾ ਕਿ ਇਸ ਖੁਸ਼ਖਬਰੀ ਤੋਂ ਇਲਾਵਾ ਜਿਹੜੀ ਤੁਸੀਂ ਸੁਣ ਚੁੱਕੇ ਹੋ, ਕੋਈ ਹੋਰ ਖੁਸ਼ਖਬਰੀ ਸੁਣਾਉਂਦਾ ਏ ਤੇ ਉਹ ਮਲਊਨ ਹੋਵੇਗਾ। ਤੇ 10 ਆਇਤ ਦੇ ਵਿੱਚ ਫਿਰ ਕਹਿੰਦਾ, ਹੁਣ ਬਈ ਭਲਿਓ ਹਰ ਕਿਸੇ ਕੋ ਫੈਸਲਾ ਆਪਣਾ ਆਪਣਾ ਹੈ, ਮਸੀਹ ਨੂੰ ਦੋਸਤ ਬਣਾਓ, ਖੁਦਾ ਨੂੰ ਦੋਸਤ ਬਣਾਉਣਾ ਜਾਂ ਬੰਦਿਆਂ ਨੂੰ ਬਣਾਉਣਾ ਹੀ। ਪਰ ਉਹਨੇ ਆਖਿਆ, ਮੈਂ ਤੇ ਖੁਦਾ ਨੂੰ ਚੁਣ ਲਿਆ, ਮੈਂ ਖੁਦਾ ਨਾਲ ਦੋਸਤੀ ਕਰ ਲਈ ਹੈ, ਮੈਂ ਮਸੀਹ ਦਾ ਬੰਦਾ ਬਣ ਗਿਆ। ਤੇ ਫਿਰ 11 ਆਇਤ ਦੇ ਵਿੱਚੋਂ ਕਹਿੰਦਾ ਹੈ, ਵੇਖੋ ਮੇਰੇ ਨਾਲ ਜ਼ਰਾ, ਤੁਸੀਂ ਪੜ੍ਹ ਸਕਦੇ ਹੋ। 11 ਵਿੱਚ ਕਹਿੰਦਾ ਹੈ, ਭਰਾਓ ਮੈਂ ਤੁਹਾਨੂੰ ਜਤਾਏ ਦਿਨਾ। ਹੁਣ ਵੇਖੋ, ਜਤਾ ਜਤਾ ਕੇ ਸਾਨੂੰ ਉਭਾਰਦਾ ਹੈ, ਸਾਨੂੰ ਦੱਸਦਾ ਹੈ, ਸਾਨੂੰ ਹੁਸ਼ਿਆਰ ਕਰਦਾ ਹੈ। ਜਿਹੜੀ ਖੁਸ਼ਖਬਰੀ ਮੈਂ ਸੁਣਾਈ ਹੈ ਉਹ ਇਨਸਾਨ ਦੀ ਨਹੀਂ ਸੀ, ਕਿਉਂਕਿ ਇਨਸਾਨ ਵੀ ਖੁਸ਼ਖਬਰੀ ਸੁਣਾਉਂਦੇ ਆ, ਇਨਸਾਨਾਂ ਕੋ ਵੀ ਆਪਣੀਆਂ ਗੱਲਾਂ ਨੇ। ਦਿਓ ਜੀ ਬੱਚਿਆਂ ਨੂੰ ਬਪਤਿਸਮਾ, ਇਹ ਇਨਸਾਨੀ ਤਾਲੀਮ ਹੈ, ਬਾਈਬਲ ਦੀ ਨਹੀਂ। ਕਿਉਂਕਿ ਮੈਨੂੰ ਇਨਸਾਨ ਦੀ ਤਰਫੋਂ ਨਹੀਂ ਪਹੁੰਚੀ ਤੇ ਨਾ ਮੈਨੂੰ ਸਿਖਾਈ ਗਈ, ਬਲਕਿ ਯਿਸੂ ਮਸੀਹ ਦੀ ਤਰਫੋਂ ਮੈਨੂੰ ਇਹਦਾ ਮੁਕਾਸ਼ਫਾ ਹੋਇਆ ਕਿ ਮੈਂ ਉਹਦੀ ਗੱਲ ਕਰਨੀ। ਯਹੂਦੀ ਤਰੀਕੇ ਵਿੱਚ ਤੁਸੀਂ ਮੇਰਾ ਪਹਿਲਾ ਚਾਲ ਚਲਨ ਸੁਣ ਚੁੱਕੇ ਹੋ ਕਿ ਖੁਦਾ ਦੀ ਕਲੀਸਿਆ ਨੂੰ ਅਜ਼ਹਦ ਸਤਾਉਂਦਾ। ਯਹੂਦੀ, ਜਦੋਂ ਮੈਂ ਯਹੂਦੀਆਂ ਦੇ ਵਿੱਚ ਸੀ, ਯਹੂਦੀਆਂ ਦੀ ਗੱਲ ਮੰਨਦਾ ਸੀ, ਮੇਰਾ ਚਾਲ ਚੱਲਣ ਤੁਸੀਂ ਸੁਣ ਚੁੱਕੇ ਹੋ। ਮੈਂ ਖੁਦਾ ਦੀ ਕਲੀਸਿਆ ਨੂੰ ਸਤਾਉਂਦਾ ਸੀ, ਤਬਾਹ ਕਰਦਾ ਸੀ, ਤੇ ਮੈਂ ਯਹੂਦੀ ਤਰੀਕੇ ਵਿੱਚ ਆਪਣੀ ਕੌਮ ਦੇ ਅਕਸਰ ਹਮ ਉਮਰਾਂ ਤੋਂ ਅੱਗੇ ਵੱਧਦਾ ਜਾਂਦਾ ਸੀ। ਆਪਣੇ ਬਜ਼ੁਰਗਾਂ ਦੀਆਂ ਰਵਾਇਤਾਂ ਵਿੱਚ ਸਰਗਰਮ ਸੀ। ਇੱਕ ਬਨੇ ਬਾਈਬਲ, ਇੱਕ ਬਨੇ ਇਹਨਾਂ ਦੀਆਂ ਝੂਠੀਆਂ ਤਲੀਮਾਂ, ਰਵਾਇਤਾਂ, ਰੱਦੋ ਬਦਲ। ਹੁਣ ਦੇਖਣਾ ਹੈ ਕਿ ਯਿਸੂ ਮਸੀਹ ਦੇ ਪਿੱਛੇ ਹੋਣਾ ਹੈ ਜਾਂ ਇਹਨਾਂ ਝੂਠੀਆਂ ਤਨਜ਼ੀਮਾਂ ਦੇ ਪਿੱਛੇ ਰਹਿਣਾ ਹੈ। ਕਿਉਂਕਿ ਕਹਿੰਦਾ ਹੈ ਕਿ ਮੈਂ ਜਦੋਂ ਇਹਨਾਂ ਤੋਂ ਖੁਦਾ ਨੂੰ ਦੋਸਤ ਬਣਾਇਆ, ਮਸੀਹ ਦਾ ਬੰਦਾ ਬਣਿਆ, ਤੇ ਫਿਰ ਇਹੋ ਯਹੂਦੀ ਜਿਨ੍ਹਾਂ ਦੀ ਮੈਂ ਤਾਰੀਖ ਚਲਾਉਂਦਾ ਸੀ, ਮੈਂ ਅੱਗੇ ਵੱਧ ਕੇ ਚੱਲਦਾ ਸੀ, ਮੈਂ ਕਲੀਸਿਆ ਨੂੰ ਸਤਾਉਂਦਾ, ਤਬਾਹ ਕਰਦਾ ਸੀ। ਈਮਾਲ ਦੀ ਕਿਤਾਬ ਨੂੰ, ਬਾਈ ਬਾਪ ਨੂੰ ਜ਼ਰਾ ਵੇਖ ਲਵੋ ਮੇਰੇ ਨਾਲ। ਰਸੂਲਾਂ ਦੀ ਈਮਾਲ ਬਾਈ ਬਾਪ ਨੂੰ ਜ਼ਰਾ ਵੇਖਨੇ ਆ, ਇਹੋ ਹੀ ਹੁਣ ਕੀ ਕਰਨ ਡਏ ਨੇ, ਜਿਨ੍ਹਾਂ ਦਾ ਕਰਕੇ ਉਹ ਇੱਥੋਂ ਤੱਕ ਜ਼ੁਲਮ ਕਰਦਾ ਤੇ ਇਹ ਖੁਸ਼ ਹੁੰਦੇ ਸੀਗੇ। 4 ਆਇਤ ਕਹਿੰਦਾ ਏ, ਮਰਦਾਂ ਤੇ ਔਰਤਾਂ ਨੂੰ ਬੰਨ ਕੇ। ਉਦੋਂ ਇਹ ਬੜੇ ਖੁਸ਼ ਸੀ ਕਿ ਸਾਊਲ ਬਹੁਤ ਚੰਗਾ, ਸਾਊਲ ਬਹੁਤ ਚੰਗਾ। ਉਸ ਵੇਲੇ ਪਲੂਸ ਨਹੀਂ ਬਣਿਆ ਸੀ, ਸਾਊਲ ਸੀ। ਇੱਥੋਂ ਤੱਕ ਕਹਿੰਦਾ ਮਸੀਹ ਤਰੀਕ ਵਾਲਿਆਂ ਨੂੰ ਸਤਾਉਂਦਾ ਕਿ ਮਰਵਾ ਦਿੰਦਾ ਸੀ। ਤੇ ਫਿਰ ਕਿਹੜੀ ਜਗ੍ਹਾ ਬਾਈ ਬਾਪ ਦੀ, ਜਿਸ ਵੇਲੇ 19 ਆਇਤ ਨੂੰ ਪੜ੍ਹਨੇ ਆ ਤੇ ਲਿਖਿਆ ਮਿਲਦਾ ਹੈ ਕਿ ਜਿਹੜੇ ਮਸੀਹ ਤੇ ਈਮਾਨ ਲਿਆਉਂਦੇ ਸੀਗੇ ਉਹਨਾਂ ਨੂੰ ਕੈਦ ਵੀ ਕਰਵਾਉਂਦਾ ਸੀ, ਤੇ ਜਾ ਬਜਾ ਇਬਾਦਤ ਖਾਨਿਆਂ ਦੇ ਵਿੱਚ, ਇਬਾਦਤ ਖਾਨਿਆਂ 'ਚ ਪਟਵਾਉਂਦਾ ਸੀ। ਉੱਥੇ ਹੀ ਥਾਣਾ ਬਣਾ ਲੈਂਦਾ, ਚੌਕੀ ਬਣਾ ਲੈਂਦਾ, ਇਬਾਦਤ ਖਾਨਿਆਂ 'ਚ। ਕਿਉਂਕਿ ਉਦੋਂ ਯਹੂਦੀਆਂ ਦੇ ਮਗਰ ਸੀ। ਲੇਕਿਨ ਯਹੂਦੀਆਂ ਨਾਲੋਂ ਜਦੋਂ ਪਿੱਛੇ ਹਟਿਆ ਏ ਤੇ ਫਿਰ ਇਹਦੇ ਨਾਲ ਕੀ ਹੋਇਆ, ਮੇਰੇ ਨਾਲ ਤੁਸੀਂ ਵੇਖ ਸਕਦੇ ਹੋ। ਈਮਾਲ ਦੀ ਕਿਤਾਬ ਦੇ ਵਿੱਚ ਹੀ
ਹੁਣ ਖੁਦਾ ਦੀ ਕੁਦਰਤ ਇਹਦੇ ਨਾਲ ਕੰਮ ਕਰਨ ਡਈ ਆ। 14 ਬਾਪ ਉਹਦੀ 8 ਤੋਂ ਪੜੀਏ। ਲੁਸਤਰਾ ਦੇ ਵਿੱਚ ਇੱਕ ਬੰਦਾ ਬੈਠਾ ਸੀ ਜਿਹੜਾ ਪੈਰਾਂ ਤੋਂ ਲਾਚਾਰ ਸੀ ਤੇ ਜਨਮ ਦਾ ਲੰਗੜਾ ਸੀ, ਕਦੀ ਵੀ ਨਹੀਂ ਸੀ ਚੱਲਿਆ। ਪੌਲੁਸ ਦੀਆਂ ਗੱਲਾਂ ਸੁਣ ਰਿਹਾ ਸੀ ਕਿਉਂਕਿ ਉਹ ਗੱਲਾਂ ਕਲਾਮ ਦੀਆਂ ਕਰ ਰਿਹਾ ਸੀ। ਤੇ ਗੱਲਾਂ ਸੁਣਦੇ ਜਦੋਂ ਗੌਰ ਨਾ ਉਹਨੂੰ ਵੇਖਿਆ ਨਾ ਕਿ ਗੱਲਾਂ ਦੇ ਨਾਲ ਇਹਦੇ ਅੰਦਰ ਸ਼ਫਾ ਪਾਉਣ ਦੀ ਈਮਾਨ ਪੈਦਾ ਹੋ ਗਿਆ ਹੈ। ਇੰਨਾ ਈਮਾਨ ਇਹਦੇ ਅੰਦਰ ਚਲਾ ਗਿਆ ਹੈ, ਕਲਾਮ ਨੇ ਕਰ ਦਿੱਤਾ ਹੈ। ਤੇ ਉਹਨੂੰ ਆਖਿਆ ਪੈਰਾਂ ਤੇ ਸਿੱਧਾ ਖੜਾ ਹੋ ਜਾ, ਤੇ ਉਹ ਖੜਾ ਹੋ ਗਿਆ। ਤੇ ਉਹ ਬੜਾ ਹੀ ਖੁਸ਼ ਹੋਏ। ਉਹ ਤੇ ਦੇਵਤਾ ਮੰਨਣ ਡਏ, ਕਹਿੰਦੇ ਇਹ ਦੇਵਤੇ ਆ ਗਏ ਨੇ। ਉਹਨੇ ਆਖਿਆ ਨਹੀਂ, ਅਸੀਂ ਦੇਵਤੇ ਨਹੀਂ ਗਏ, ਇਹ ਯਿਸੂ ਨਾਂ ਤੋਂ ਅੱਛਾ ਹੋਇਆ ਹੈ। 19 ਦੱਸਦੀ ਹੈ, ਫਿਰ ਬਾਅਦ ਯਹੂਦੀ ਅੰਤਾਕਿਆ ਤੋਂ, ਉਹ ਯਹੂਦੀਆਂ ਜਿਨ੍ਹਾਂ ਦੇ ਨਾਲ ਚੱਲਦਾ ਸੀ, ਕਲੀਸਿਆ ਨੂੰ ਸਤਾਉਂਦਾ ਸੀ, ਕੈਦ ਕਰਵਾਉਂਦਾ ਸੀ, ਔਰਤਾਂ ਮਰਦਾਂ ਨੂੰ ਬਣ ਕੇ ਲਿਆਉਂਦਾ ਸੀ, ਇਬਾਦਤਖਾਨਿਆਂ 'ਚ ਪਟਵਾਉਂਦਾ ਸੀ, ਤੇ ਬੜਾ ਚੰਗਾ ਸੀ ਉਹਨਾਂ ਦੀ ਨਜ਼ਰ ਵਿੱਚ। ਹੁਣ ਇਹੋ ਯਹੂਦੀ ਅੰਤਾਕਿਆ ਤੇ ਇਕਨੀਮ ਤੋਂ ਜਦੋਂ ਆਏ ਨੇ ਤੇ ਲੋਕਾਂ ਨੂੰ ਆਪਣੀ ਤਰਫ ਕਰਕੇ ਤੇ ਪੌਲੁਸ ਨੂੰ ਸੰਸਾਰ ਕਰ ਦਿੱਤਾ। ਕੰਮ ਮੁਸ਼ਕਲ ਹੈ ਯਿਸੂ ਮਸੀਹ ਦੇ ਪਿੱਛੇ ਜਾਣਾ। ਇਹ ਤਨਜ਼ੀਮਾਂ, ਇਹ ਝੂਠੇ ਅੰਬੋ ਗੁਰੂ ਡਿਨੋਮੀਨੇਸ਼ਨਾਂ ਟੋਲਿਆਂ ਨੂੰ ਚੰਗਾ ਨਹੀਂ ਲੱਗੇਗਾ, ਲੇਕਿਨ ਜਦੋਂ ਉਹਦੇ ਪਿੱਛੇ ਹੋ ਲਓਗੇ ਤੇ ਚੰਗੇ ਰਹੋਗੇ, ਕਿਉਂਕਿ ਉਹਨੇ ਆਖਿਆ ਜਿਹੜਾ ਮੇਰੀ ਤੇ ਅੰਜੀਲ ਦੀ ਖਾਤਰ ਆਪਣੀ ਜਾਨ ਖੋ ਵੀ ਦੇਗਾ ਉਹ ਬਚਾ ਲਏਗਾ। ਆਪਣੀ ਜਾਨ ਬਚਾਈਏ, ਚੰਗੇ ਰਹਿ ਜਾਣਗੇ। ਸੋ ਬਈ ਕਲਾਮ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ। ਮੈਂ ਤੁਹਾਡੇ ਵਾਸਤੇ ਦੁਆ ਕਰਨਾ ਹੈ। ਖੁਦਾਵੰ ਤੂੰ ਬੰਦ ਜ਼ੇਨਾਂ ਨੂੰ ਖੋਲਣਾ ਤੇ ਤੂੰ ਚਾਹੁੰਦਾ ਹੈ ਕਿ ਅਸੀਂ ਤੇਰੇ ਪਿੱਛੇ ਲੱਗੀਏ। ਤੂੰ ਸਾਡੀ ਜਾਨ ਝੂਠੇ ਅੰਬੋਆਂ ਗੁਰੂਆਂ ਡਿਨੋਮੀਨੇਸ਼ਨਾਂ ਟੋਲਿਆਂ ਤੋਂ ਛਡਾ, ਬੰਦ ਜ਼ੇਨ ਯਿਸੂ ਨਾਂ ਤੋਂ ਖੋਲ੍ਹਣ। ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਣ, ਦੂਜਿਆਂ ਨੂੰ ਸਮਝਾਉਣ, ਤੇਰੀ ਨਜ਼ਰ ਵਿੱਚ ਦਿਆਨਦਾਰ ਬਣਨੇ। ਸਭ ਕੁਝ ਮੰਗਣਾ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਸੋ ਕਲਾਮ ਨੂੰ ਦੂਸਰਿਆਂ ਤੱਕ ਵੀ ਪਹੁੰਚਾਇਓ ਬਈ। ਲਾਈਕ ਕਰਿਓ, ਸ਼ੇਅਰ ਕਰਿਓ, ਬੈਲ ਦਾ ਬਟਨ ਜ਼ਰੂਰ ਦਬਾਇਓ। ਖੁਦਾ ਤੇ ਬਰਕਤ ਹੈ।